ਹੈਲੋ ਸਟੂਡੈਂਟਸ, ਅੱਜ ਅਸੀਂ ਟੋਕ ਦੇ ਬੇਸ ਦੇ ਉੱਤੇ ਟੋਜਨ ਇਕੁਏਸ਼ਨ ਦੇ ਬੇਸ 'ਤੇ ਅੱਜ ਅਸੀਂ ਨੂਮੈਰੀਕਲ ਕਰਾਂਗੇ। ਸੋ ਅੱਜ ਦੇਖਦੇ ਹਾਂ ਕਿਹੜਾ ਨੂਮੈਰੀਕਲ ਆ। ਅ ਸੋਲਿਡ ਸ਼ਾਫਟ ਆਫ 100 mm diameter is to transmit 160 kilowatt at 100 rpm. Find the angle of twist for a length of 6 meter if the maximum torque exceed the mean by 40%. ਸੋ ਇਹ ਹੁਣ ਇਸ ਨੂਮੈਰੀਕਲ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਦੋਂ ਨੂਮੈਰੀਕਲ ਨੂੰ ਰੀਡ ਕਰ ਲੈਣਾ ਹੈ, ਉਸ ਤੋਂ ਬਾਅਦ ਇਹ ਦੇਖੀਦਾ ਹੁੰਦਾ ਕਿ ਆਪਾਂ ਨੂਮੈਰੀਕਲ ਦੇ ਵਿੱਚ ਸਾਨੂੰ ਕਿਹੜੀ ਕਿਹੜੀ ਵੈਲਿਊ ਗਿਵਨ ਆ। ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕੀ ਗਿਵਨ ਆ ਸਾਨੂੰ। ਡਾਇਮੀਟਰ ਕਿਹਦਾ ਸੋਲਿਡ ਸ਼ਾਫਟ ਆ ਸਾਡੇ ਕੋਲ। ਸੋ ਸੋਲਿਡ ਸ਼ਾਫਟ ਦਾ ਡਾਇਮੀਟਰ ਜੋ ਕੈਪੀਟਲ ਡੀ ਆ ਉਹ ਸਾਨੂੰ ਗਿਵਨ ਆ 100 mm। ਉਸ ਤੋਂ ਬਾਅਦ ਹੁਣ ਸ਼ਾਫਟ ਕਿਸ ਲਈ ਕੰਮ ਆ ਰਹੀ ਆ? ਟਰਾਂਸਮਿਸ਼ਨ ਦੇ ਲਈ। ਠੀਕ ਆ ਜੀ। ਟਰਾਂਸਮਿਸ਼ਨ ਮੈਂ ਤੁਹਾਨੂੰ ਦੱਸਿਆ ਸੀਗਾ ਲਾਸਟ ਟਾਈਮ ਜਦੋਂ ਅਸੀਂ ਪਾਵਰ ਦਾ ਫਾਰਮੂਲਾ ਪੜ੍ਹਿਆ ਸੀਗਾ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸ਼ਾਫਟ ਆਪਾਂ ਯੂਜ਼ ਕਰਦੇ ਹਾਂ ਪਾਵਰ ਨੂੰ ਟਰਾਂਸਮਿਟ ਕਰਨ ਦੇ ਲਈ। ਠੀਕ ਆ ਜੀ। ਸੋ ਇਹਦੇ ਵਿੱਚ ਹੁਣ ਕਿਲੋ ਵਾਟ ਜੇ ਸਾਨੂੰ ਨਹੀਂ, ਹੁਣ ਇਹਦੇ ਵਿੱਚ ਕੁਛ ਦੱਸਿਆ ਨਹੀਂ ਹੋਇਆ ਕਿ ਪਾਵਰ ਹੈਗਾ ਕਿ ਨਹੀਂ ਹੈਗੀ, ਤਾਂ ਬਟ ਇਹਨਾਂ ਨੇ ਸਾਨੂੰ 160 ਕਿਲੋ ਵਾਟ ਦਿੱਤੀ ਆ। ਹੁਣ ਜਿਹਨੂੰ ਪਤਾ ਆ ਕਿ ਪਾਵਰ ਦੇ ਯੂਨਿਟ ਕੀ ਹੁੰਦੇ ਆ, ਤਾਂ ਉਹ ਐਸਟੀਮੇਟ ਲਗਾ ਸਕਦਾ ਹੈ ਕਿ 160 ਕਿਲੋ ਵਾਟ ਕੀ ਚੀਜ਼ ਹੈਗੀ ਆ। ਠੀਕ ਹੈ ਜੀ। ਸੋ ਇੱਥੇ ਪਾਵਰ ਤੁਹਾਨੂੰ ਗਿਵਨ ਆ ਕਿੰਨੀ ਹੈ? 160 ਕਿਲੋ ਵਾਟ। ਠੀਕ ਹੈ ਜੀ। ਸੋ ਕਿਲੋ ਨੂੰ ਕਨਵਰਟ ਕਰ ਲਿਆ ਆਪਾਂ 1000 ਦੇ ਵਿੱਚ। ਸੋ ਸਾਡੇ ਕੋਲ ਕੀ ਆ ਗਿਆ? 16000। ਸੋ 1,60,000। ਠੀਕ ਹੈ ਜੀ। ਵਾਟ ਸਾਡੇ ਕੋਲ ਇਹ ਆ ਗਿਆ ਪਾਵਰ। ਇੰਨੀ ਪਾਵਰ ਟਰਾਂਸਮਿਟ ਕਰਦਾ ਪਿਆ। ਕਿੰਨੀ RPM 'ਤੇ ਟਰਾਂਸਮਿਟ ਕਰਦਾ ਪਿਆ? 100 RPM ਕਿਹ 'ਚ ਆਪਾਂ ਡਿਨੋਟ ਕਰਦੇ ਹਾਂ ਕੈਪੀਟਲ N ਦੇ ਵਿੱਚ। ਠੀਕ ਹੈ ਜੀ। ਸੋ ਆ ਸਾਨੂੰ ਫਸਟ ਲਾਈਨ ਦੇ ਵਿੱਚ ਆ 3 ਵੈਲਿਊ ਗਿਵਨ ਆ। ਉਸ ਤੋਂ ਬਾਅਦ ਸਾਨੂੰ ਕੀ ਕਹਿੰਦਾ ਪਿਆ? ਫਾਈਂਡ ਦਾ ਐਂਗਲ ਆਫ ਟਵਿਸਟ। ਫਾਈਂਡ ਦਾ ਐਂਗਲ ਆਫ ਟਵਿਸਟ। ਐਂਗਲ ਆਫ ਟਵਿਸਟ ਕੀ ਆ? ਥੀਟਾ। ਠੀਕ ਆ ਜੀ। ਜਦੋਂ ਆਪਾਂ ਟੋਜਨ ਇਕੁਏਸ਼ਨ ਕੀਤੀ ਸੀਗੀ ਤਾਂ ਉਹਦੇ ਵਿੱਚ ਥੀਟਾ ਕੀ ਸੀਗਾ? ਐਂਗਲ ਆਫ ਟਵਿਸਟ। ਹੁਣ ਇੱਥੇ ਇੱਕ ਹੋਰ ਕੀ ਗਿਵਨ ਆ ਸਾਨੂੰ? ਫੋਰ ਲੈਂਥ ਆਫ 6 ਮੀਟਰ। ਮਤਲਬ ਕੀ ਆ? ਸਾਨੂੰ ਸਮਾਲ ਐਲ ਗਿਵਨ ਆ। ਸਮਾਲ ਐਲ ਕਿੰਨਾ ਆ? 6 ਮੀਟਰ। ਠੀਕ ਹੈ ਜੀ। ਇਫ ਦਾ ਮੈਕਸਿਮਮ ਟੋਰਕ ਐਕਸੀਡਸ ਦਾ ਮੀਨ ਬਾਈ 40%। ਹੁਣ ਮੈਂ ਤੁਹਾਨੂੰ ਇੱਕ ਹੋਰ ਜਦੋਂ ਅਸੀਂ ਪਾਵਰ ਦਾ ਫਾਰਮੂਲਾ ਕੀਤਾ ਸੀਗਾ, ਉਦੋਂ ਤੁਹਾਨੂੰ ਮੈਂ ਇੱਕ ਦੱਸਿਆ ਸੀਗਾ ਕਿ ਐਵਰੇਜ ਟੋਰਕ ਅਤੇ ਮੈਕਸਿਮਮ ਟੋਰਕ ਦੇ ਵਿੱਚ ਇੱਕ ਰਿਲੇਸ਼ਨ ਤੁਹਾਨੂੰ ਗਿਵਨ ਹੋਊਗਾ ਕਿ ਜਿਹੜੀ ਮੈਕਸਿਮਮ ਟੋਰਕ ਹੁੰਦੀ ਆ ਉਹ ਹਮੇਸ਼ਾ ਜ਼ਿਆਦਾ ਹੁੰਦੀ ਆ ਐਵਰੇਜ ਟੋਰਕ ਨਾਲੋਂ। ਕਿੰਨੇ ਪਰਸੈਂਟ? 30 ਤੋਂ 40% ਆਪਾਂ ਉਸ ਸਮੇਂ ਕਿਹਾ ਸੀਗਾ। ਤਾਂ ਇੱਥੇ ਸਾਨੂੰ ਗਿਵਨ ਆ ਕਿੰਨੀ, ਉਹਨੇ ਐਗਜ਼ੈਕਟ ਦੱਸ ਦਿੱਤੀ ਕਿ 40% ਉਹ ਜੋ ਐਵਰੇਜ ਟੋਰਕ ਆ ਉਹਦੇ ਨਾਲੋਂ ਕੀ ਹੈ? ਮੀਨ ਟੋਰਕ ਔਰ ਐਵਰੇਜ ਟੋਰਕ। ਇੱਥੇ ਮੀਨ ਲਿਖਿਆ ਹੋਇਆ ਨਾ, ਮੀਨ ਆ ਭਾਵੇਂ ਐਵਰੇਜ ਆ, ਦੋਨੋਂ ਸੇਮ ਥਿੰਗ ਆ। ਉਹਦੇ ਨਾਲੋਂ ਕੀ ਹੈ? 40% ਜ਼ਿਆਦਾ ਆ। ਸੋ ਇੱਥੇ ਇੱਕ ਰਿਲੇਸ਼ਨ ਡਿਫਾਈਨ ਹੁੰਦਾ ਪਿਆ ਕਿ ਟੀ ਮੈਕਸੀਮਮ ਇਜ਼ ਇਕੁਅਲਸ ਟੂ 40% ਜ਼ਿਆਦਾ ਆ। ਮਤਲਬ ਜੇ ਦੋਨੋਂ 100% ਮੰਨ ਕੇ ਚੱਲੀਏ, 100% ਤੋਂ ਐਕਸੀਡ ਕਰਦੇ ਆ ਕਿੰਨੇ? 40% ਮੋਰ। ਸੋ 140% ਮੈਂ ਤੁਹਾਨੂੰ ਕਿਹਾ ਸੀ 140 ਡਿਵਾਈਡਡ ਬਾਈ 100 ਕਰ ਦਿਓ ਤਾਂ ਕਿੰਨਾ ਬਣ ਜਾਂਦਾ? 1.4 ਟੀ ਐਵਰੇਜ ਔਰ ਟੀ ਮੀਨ, ਦੋਨੋਂ ਚੀਜ਼ਾਂ ਲਿਖ ਸਕਦੇ ਹਾਂ। ਠੀਕ ਹੈ ਜੀ। ਸੋ ਆ ਇੱਕ ਰਿਲੇਸ਼ਨ ਬਣਦਾ ਆ। ਠੀਕ ਆ, ਇਸ ਲਾਈਨ ਦੇ ਥਰੂ। ਸੋ ਆਪਾਂ ਕੱਢਣਾ ਕੀ ਇਹ 'ਚ ਫਾਈਂਡ ਆਊਟ ਕਰਨਾ ਆਪਾਂ ਲੈਂਥ। ਐਂਗਲ ਆਫ ਟਵਿਸਟ। ਸੋ ਐਂਗਲ ਆਫ ਟਵਿਸਟ ਨੂੰ ਆਪਾਂ ਇਹਦੇ ਵਿੱਚ ਫਾਈਂਡ ਆਊਟ ਕਰਨਾ ਹੈ। ਠੀਕ ਹੈ ਜੀ। ਸੋ ਆ ਜੋ ਵੀ ਵੈਲਿਊ ਗਿਵਨ ਆ, ਪਹਿਲਾਂ ਗਿਵਨ ਡਾਟਾ 'ਚ ਲਿਖ ਕੇ ਜੋ ਵੀ ਤੁਹਾਡੇ ਕੋਲ ਇਹ ਰਿਲੇਸ਼ਨ ਬਣਦਾ ਪਿਆ ਟੀ ਮੈਕਸਿਮਮ ਇਜ਼ ਇਕੁਅਲ ਟੂ 1.4 ਟੀ ਐਵਰੇਜ, ਇਹ ਲਿਖ ਕੇ ਉਸ ਤੋਂ ਬਾਅਦ ਨੂਮੈਰੀਕਲ ਆਪਾਂ ਸਟਾਰਟ ਕਰਨਾ ਹੈ। ਠੀਕ ਹੈ ਜੀ। ਸੋ ਆਹ 3 ਵੈਲਿਊ ਆਪਾਂ ਇਹਦੇ ਵਿੱਚ ਦਿੱਤੀਆਂ ਹੋਈਆਂ ਡੀ, ਪਾਵਰ ਅਤੇ ਐਨ ਦੀਆਂ। ਠੀਕ ਹੈ ਜੀ। ਉਹ ਆਪਾਂ ਲਿਖ ਲਈਆਂ ਹੈ ਆਲਰੇਡੀ। ਸੋ ਆਪਾਂ ਨੈਕਸਟ ਦੇਖਦੇ ਹਾਂ ਅੱਗੇ ਹੁਣ ਕੀ ਕਹਿ ਰਿਹਾ ਆ। ਠੀਕ ਹੈ ਜੀ। ਲੈਂਥ ਦੱਸੀ ਹੋਈ ਹੈ ਮੀਟਰ ਆ। ਠੀਕ ਹੈ ਜੀ। ਹੁਣ ਦੇਖੋ ਪਿੱਛੇ ਜਿੰਨੀ ਵੀ ਹੈਗੀਆਂ ਡਿਮੈਂਸ਼ਨ ਉਹ ਸਾਰੀਆਂ ਵਾਟ ਆ। ਠੀਕ ਹੈ ਜੀ। ਨਾਲ ਉਹਦੇ ਕੀ ਆ? MM, ਡਾਇਮੀਟਰ MM ਦੇ ਵਿੱਚ ਆ। ਸੋ ਇੱਥੇ ਲੈਂਥ ਵੀ ਸਾਨੂੰ MM ਦੇ ਵਿੱਚ ਹੀ ਲੈਣੀ ਪਊਗੀ। ਸੋ 6000 MM। ਠੀਕ ਹੈ ਜੀ। ਇਹਦੇ ਵਿੱਚ ਆਪਾਂ ਲਿਖ ਲੈਣਾ ਹੈ। ਸੋ ਸਟਾਰਟ ਕਰਦੇ ਹਾਂ ਨੂਮੈਰੀਕਲ। ਹੋਰ ਤਾਂ ਨਹੀਂ ਕੋਈ ਗਿਵਨ ਡਾਟਾ ਰਹਿ ਗਿਆ, ਬਸ ਜੋ ਉਹਦਾ ਰਿਲੇਸ਼ਨ ਸੀਗਾ ਉਹ ਡਿਫਾਈਨ ਕੀਤਾ ਹੋਇਆ ਆਪਾਂ। ਠੀਕ ਹੈ ਜੀ। ਉਹ ਰਿਲੇਸ਼ਨ ਨੂੰ ਜੋ ਲਿਖ ਲੈਣਾ ਆਪਾਂ। ਹੁਣ ਕੀ ਆ? ਆਪਾਂ ਫਾਈਂਡ ਆਊਟ ਕਰਨੀਆਂ ਵੈਲਿਊਜ਼। ਠੀਕ ਆ। ਸੋ ਸਾਨੂੰ ਜਦੋਂ ਵੀ ਯਾਦ ਰੱਖਣਾ, ਜਦੋਂ ਵੀ ਨੂਮੈਰੀਕਲ ਦੇ ਵਿੱਚ ਪਾਵਰ ਗਿਵਨ ਹੋਵੇ
ਤਾਂ ਹਮੇਸ਼ਾ ਨੂਮੈਰੀਕਲ ਦੀ ਜੋ ਸਟਾਰਟ ਆਪਾਂ ਉਸ ਨੂਮੈਰੀਕਲ ਨੂੰ ਜੋ ਸਟਾਰਟ ਕਰਨਾ ਗਿਵਨ ਡਾਟਾ ਲਿਖਣ ਤੋਂ ਬਾਅਦ ਹਮੇਸ਼ਾ ਪਾਵਰ ਤੋਂ ਹੀ ਸਟਾਰਟ ਕਰਨਾ, ਕਿਉਂਕਿ ਸਾਨੂੰ ਪਾਵਰ ਕੀ ਆ, ਗਿਵਨ ਆ, ਜਿਹੜੀ ਚੀਜ਼ ਸਾਨੂੰ ਗਿਵਨ ਆ ਉਹੀ ਆਪਾਂ ਯੂਜ਼ ਕਰ ਸਕਦੇ ਨਾ ਫਾਰਮੂਲੇ ਦੇ ਵਿੱਚ। ਸੋ ਇਸ ਕਰਕੇ ਕੀ ਹੈ, ਪਾਵਰ ਦਾ ਜੋ ਫਾਰਮੂਲਾ ਹੈਗਾ ਆ ਉਹ ਆਪਾਂ ਲਿਖਿਆ ਹੋਇਆ ਆ ਕੀ ਆ, ਡਬਲਿਊ ਸੀਗਾ ਓਮੇਗਾ ਇਨਟੂ ਟੀ ਐਵਰੇਜ। ਓਮੇਗਾ ਕੀ ਆ 2πn/60, ਠੀਕ ਹੈ ਜੀ। ਸੋ 2πn/60 ਟੀ ਐਵਰੇਜ ਆ ਰੱਖਣਾ ਇੱਥੇ, ਟੀ ਐਵਰੇਜ ਆਉਣਾ ਨਾ ਕਿ ਟੀ ਮੈਕਸਿਮਮ ਆਉਣਾ ਹੈ, ਠੀਕ ਹੈ ਜੀ। ਇਹ ਬਸ ਯਾਦ ਰੱਖਣਾ ਫਾਰਮੂਲੇ ਦੇ ਵਿੱਚ ਕੀ ਲਿਖਣਾ, ਟੀ ਐਵਰੇਜ। ਸੋ ਟੀ ਐਵਰੇਜ ਪਾਵਰ ਇਜ਼ ਇਕੁਅਲਸ ਟੂ 2πn/60 ਇੰਟੂ ਟੀ ਐਵਰੇਜ। ਸੋ ਇਹ ਇਹਦਾ ਫਾਰਮੂਲਾ ਪਾਵਰ ਦਾ। ਇਹਦੇ ਵਿੱਚ ਹੁਣ ਆਪਾਂ ਵੈਲਿਊ ਪੁੱਟ ਕਰ ਦਿੰਦੇ ਹਾਂ, ਪਾਵਰ ਦੀ ਵੈਲਿਊ ਸਾਨੂੰ ਕੀ ਬਣਨਾ, ਐਨ ਦੀ ਵੈਲਿਊ ਕੀ ਬਣਨਾ, ਟੀ ਐਵਰੇਜ ਨਿਕਲ ਜਾਣੀ ਇਹਦੇ ਵਿੱਚੋਂ। ਸੋ ਟੀ ਐਵਰੇਜ ਹੁਣ ਤੁਹਾਨੂੰ ਯਾਦ ਹੋਣਾ ਉਸ ਟਾਈਮ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੋ ਟੀ ਐਵਰੇਜ ਆ ਉਹ ਜਦੋਂ ਉਹਦਾ ਆਨਸਰ ਨਿਕਲੂਗਾ ਉਹ ਕਿਹਦੇ ਵਿੱਚ ਨਿਕਲੂਗਾ, ਐਮ ਦੇ ਵਿੱਚ ਨਹੀਂ ਨਿਕਲਣਾ, ਉਹ ਆਨਸਰ ਨਿਕਲਣਾ ਨਿਊਟਨ ਮੀਟਰ ਦੇ ਵਿੱਚ, ਕਿਉਂਕਿ ਜਿਹੜੀ ਬਾਕੀ ਜਿਹੜੀਆਂ ਟਰਮਸ ਆ ਉਹ ਸਾਰੀਆਂ ਐਸਆਈ ਯੂਨਿਟ ਵਿੱਚ ਆ। ਜੋ ਕਿਲੋਵਾਟ ਆ ਉਹ ਵੀ ਐਸਆਈ ਦੇ ਵਿੱਚ ਆ, ਠੀਕ ਹੈ ਜੀ। ਆਰਪੀਐਮ ਆ, ਠੀਕ ਹੈ ਜੀ। ਸੋ ਜਿੰਨੇ ਵੀ ਵੈਲਿਊ ਉਹ ਸਾਰੀ ਐਸਆਈ ਯੂਨਿਟ ਦੇ ਵਿੱਚ ਆ, ਇਸ ਕਰਕੇ ਜੋ ਆਨਸਰ ਆ ਉਹ ਵੀ ਸਾਨੂੰ ਐਸਆਈ ਦੇ ਵਿੱਚ ਹੀ ਮਿਲੂਗਾ, ਠੀਕ ਆ। ਸੋ ਇਸ ਕਰਕੇ ਕੀ ਆ, ਇੱਥੇ ਨਿਊਟਨ ਮੀਟਰ ਦੇ ਵਿੱਚ ਆਨਸਰ ਮਿਲੂਗਾ ਟੀ ਐਵਰੇਜ ਦਾ ਹਮੇਸ਼ਾ ਸਾਨੂੰ, ਠੀਕ ਆ। ਅਤੇ ਇਹਨੂੰ ਸਾਨੂੰ ਨਿਊਟਨ ਐਮ ਦੇ ਵਿੱਚ ਕਨਵਰਟ ਕਰਨਾ ਪੈਣਾ ਆ। ਸੋ ਮੀਟਰ ਨੂੰ ਐਮ 'ਚ ਕਨਵਰਟ ਕਰਾਂਗੇ ਤਾਂ ਕੀ 1000 ਨਾਲ ਮਲਟੀਪਲਾਈ ਕਰਨਾ ਪੈਣਾ। ਸੋ ਆਨਸਰ ਤੁਹਾਡੇ ਕੋਲ ਆ ਜਾਣਾ ਆ ਆਹ ਵਾਲਾ, ਠੀਕ ਹੈ ਜੀ। 1000 ਨਾਲ ਮਲਟੀਪਲਾਈ ਕਰੋਗੇ ਤਾਂ ਨਿਊਟਨ ਐਮ ਦੇ ਵਿੱਚ ਕਨਵਰਟ ਹੋਏਗਾ। ਹੁਣ ਆਪਾਂ ਜਿਹੜਾ ਰਿਲੇਸ਼ਨ ਸਾਨੂੰ ਮਿਲਿਆ ਸੀਗਾ ਉਹ ਰਿਲੇਸ਼ਨ ਆਪਾਂ ਲਗਾਵਾਂਗੇ। ਆਪਾਂ ਫਾਈਂਡ ਆਊਟ ਕੀ ਕਰਨਾ, ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਸਾਡਾ ਡੈਸਟੀਨੇਸ਼ਨ ਕੀ ਆ। ਸਾਡਾ ਡੈਸਟੀਨੇਸ਼ਨ ਹੈਗਾ ਐਂਗਲ ਆਫ ਟਵਿਸਟ। ਸੋ ਐਂਗਲ ਆਫ ਟਵਿਸਟ ਨੂੰ ਫਾਈਂਡ ਆਊਟ ਕਰਨ ਦੇ ਲਈ ਹੁਣ ਇਹ ਦੇਖਣਾ ਸਾਡੇ ਕੋਲ ਟੋਜਨ ਇਕੁਏਸ਼ਨ ਕੀ ਕਹਿੰਦੀ ਪਈ ਹੈ, T/I τ/r C(θ/L)। ਹੁਣ ਤੁਸੀਂ ਦੇਖਣਾ ਆ C(θ/L) ਇਹ ਤਾਂ ਸਾਨੂੰ ਚਾਹੀਦਾ ਹੀ ਚਾਹੀਦਾ ਹੈ, ਕਿਉਂਕਿ ਇਹਦੇ ਵਿੱਚ ਐਂਗਲ ਆਫ ਟਵਿਸਟ ਆ, ਠੀਕ ਹੈ ਜੀ। ਹੁਣ T/I ਅਤੇ τ/r ਇਹ ਦੋਨਾਂ ਵਿੱਚ ਕਿਹੜੀ ਚੀਜ਼ ਆਪਾਂ ਲਵਾਂਗੇ, ਕਿਉਂਕਿ ਦੋਨਾਂ ਦੇ ਵਿੱਚ ਸਾਨੂੰ ਰਿਲੇਸ਼ਨ ਬਣਾਉਣਾ ਪੈਣਾ ਨਾ, ਕਿਸੇ ਇੱਕ ਟਰਮ ਨੂੰ ਚੱਕਣਾ ਪੈਣਾ ਆ। ਹੁਣ ਟੋ ਸਾਨੂੰ ਗਿਵਨ ਨਹੀਂ ਹੈਗੀ, ਜੇ ਟੋ ਸਾਡੇ ਕੋਲ ਨਹੀਂ ਹੈਗੀ ਤਾਂ ਸਾਨੂੰ ਇਹ ਰਿਲੇਸ਼ਨ ਲਗਾਉਣ ਦੀ ਲੋੜ ਨਹੀਂ ਹੈਗੀ, ਠੀਕ ਹੈ ਜੀ। ਸੋ ਆਪਾਂ ਕੀ ਲਵਾਂਗੇ T/I। ਹੁਣ ਜਿਹੜਾ ਇੱਥੇ T ਆ ਉਹ ਕੀ ਆ, ਉਹ ਮੈਕਸਿਮਮ ਦੇ ਵਿੱਚ ਆ। ਜਿਹੜਾ ਇੱਥੇ T ਆ ਉਹ ਕਿਹਦੇ ਵਿੱਚ ਆ, ਉਹ ਮੈਕਸਿਮਮ ਉਹਦੇ ਵਿੱਚ ਹੁੰਦਾ ਹੈ। ਤੁਹਾਨੂੰ ਮੈਂ ਦੱਸਿਆ ਸੀਗਾ ਟੋਜਨ ਇਕੁਏਸ਼ਨ ਵਿੱਚ ਜਿਹੜਾ T ਆ ਉਹ ਮੈਕਸਿਮਮ ਦੇ ਵਿੱਚ ਹੁੰਦਾ ਹੈ, ਠੀਕ ਹੈ ਜੀ। ਸੋ ਇਹ T ਮੈਕਸਿਮਮ, ਹੁਣ ਇੱਥੇ ਆ T ਐਵਰੇਜ ਆ, ਜੇ ਤੱਕ ਤੁਸੀਂ ਇਹ T ਐਵਰੇਜ ਦੀ ਵੈਲਿਊ ਸਿੱਧੀ ਉਹਦੇ ਵਿੱਚ ਪੁੱਟ ਕਰਤੀ ਟੋਜਨ ਇਕੁਏਸ਼ਨ ਦੇ ਵਿੱਚ, ਦੈਨ ਤੁਹਾਡਾ ਆਨਸਰ ਰੋਂਗ ਆਏਗਾ, ਠੀਕ ਹੈ ਜੀ। ਉਹਦੇ ਲਈ ਹੀ ਉਹਨਾਂ ਨੇ ਦੱਸਿਆ ਹੋਇਆ ਸਾਨੂੰ ਇੱਕ ਰਿਲੇਸ਼ਨ ਡਿਫਾਈਨ ਕੀਤਾ। ਕੀ ਰਿਲੇਸ਼ਨ ਡਿਫਾਈਨ ਕੀਤਾ ਹੈ, T ਮੈਕਸਿਮਮ ਇਜ਼ ਇਕੁਅਲਸ ਟੂ 1.4 T ਐਵਰੇਜ। ਪਹਿਲਾਂ ਤੁਸੀਂ ਇਹਨੂੰ 1.4 ਨਾਲ ਮਲਟੀਪਲਾਈ ਕਰਕੇ ਟੀ ਮੈਕਸਿਮਮ ਦੀ ਵੈਲਿਊ ਕੱਢੋਗੇ। ਜਦੋਂ ਨੂਮੈਰੀਕਲ ਸਟਾਰਟ ਕੀਤਾ ਉਦੋਂ ਤਾਂ ਮੈਂ ਦੱਸਿਆ ਰਿਲੇਸ਼ਨ ਬਣਦਾ ਹੈ, ਠੀਕ ਹੈ ਜੀ। ਸੋ ਇਹਦੇ ਵਿੱਚ ਟੀ ਮੈਕਸਿਮਮ ਦੀ ਵੈਲਿਊ ਤੁਸੀਂ ਫਾਈਂਡ ਆਊਟ ਕਰ ਲਓਗੇ 1.4 ਟੀ ਐਵਰੇਜ ਨਾਲ ਮਲਟੀਪਲਾਈ ਕਰਕੇ, ਤਾਂ ਉੱਥੇ ਤੁਹਾਨੂੰ ਟੀ ਮੈਕਸਿਮਮ ਦੀ ਵੈਲਿਊ ਮਿਲ ਜੂਗੀ ਐਮ ਦੇ ਵਿੱਚ, ਠੀਕ ਹੈ ਜੀ। ਟੀ ਮੈਕਸਿਮਮ ਦੀ ਵੈਲਿਊ ਕਿਹ 'ਚ ਮਿਲੂਗੀ ਤੁਹਾਨੂੰ ਐਮ ਦੇ ਵਿੱਚ, ਅਤੇ ਉੱਥੇ ਸਾਨੂੰ ਐਮ ਦੇ ਵਿੱਚ ਹੀ ਚਾਹੀਦੀ ਹੁੰਦੀ ਹੈ, ਠੀਕ ਆ। ਤੁਹਾਨੂੰ ਪਤਾ ਆ ਜਦੋਂ ਆਪਾਂ ਟੋਜਨ ਇਕੁਏਸ਼ਨ ਕੀਤੀ ਸੀ ਉਹਦੇ ਵਿੱਚ ਲਿਖਿਆ ਸੀਗਾ ਕਿ ਨਿਊਟਨ ਐਮ ਦੇ ਵਿੱਚ ਹੋਣੀ ਚਾਹੀਦੀ ਆ ਟੀ ਮੈਕਸਿਮਮ ਦੀ ਵੈਲਿਊ। ਸੋ ਬਸ ਆਪਾਂ ਉਹ ਟੀ ਮੈਕਸਿਮਮ ਦੀ ਵੈਲਿਊ 'ਚ ਪੁੱਟ ਕਰ ਦਿੱਤੀ। ਦੈਨ ਉਸ ਤੋਂ ਬਾਅਦ ਕੀ ਆ, T/I ਹੁੰਦਾ। I ਕੀ ਹੁੰਦਾ ਹੈ, ਮੂਵਮੈਂਟ ਆਫ ਇਨਰਸ਼ੀਆ। ਤੋਂ ਪੋਲਰ ਮੂਵਮੈਂਟ ਆਫ ਇਨਰਸ਼ੀਆ ਕੀ ਹੈਗਾ ਆ, ਸੋਲਿਡ ਸ਼ਾਫਟ ਦੇ ਕੇਸ ਦੇ ਵਿੱਚ ਉਹ ਹੁੰਦਾ πd4/32। ਉਹ ਡੀ ਦੀ ਵੈਲਿਊ ਤੁਹਾਨੂੰ ਆਲਰੇਡੀ ਗਿਵਨ ਆ, ਸੋ ਉਹਦੀ ਵੈਲਿਊ 'ਚ ਪੁੱਟ ਕਰ ਦੇਣੀ ਆ। ਸੋ ਇੱਥੇ ਤੱਕ ਸਾਨੂੰ IP ਵੀ ਨਿਕਲ ਗਿਆ, T ਮੈਕਸਿਮਮ ਵੀ ਨਿਕਲ ਗਿਆ, ਠੀਕ ਹੈ ਜੀ। ਹੁਣ C(θ/L) ਜੋ ਫਾਰਮੂਲਾ ਬਣਦਾ ਹੈ C(θ/L), C ਤੁਹਾਨੂੰ ਗਿਵਨ ਆ, ਠੀਕ ਹੈ ਜੀ। C ਨੂਮੈਰੀਕਲ ਦੇ ਵਿੱਚ ਤੁਹਾਨੂੰ ਗਿਵਨ ਆ, ਦੇਖੋ ਟੇਕ ਲਿਖਿਆ ਨੀਚੇ ਨੂਮੈਰੀਕਲ ਦੇ ਨੀਚੇ, ਟੇਕ C = 8 × 10⁴ ਨਿਊਟਨ ਪਰ mm ਸਕੇਅਰ। ਸੋ ਇਹ mm ਦੇ ਵਿੱਚ ਹੈਗਾ, ਸਾਨੂੰ ਇਹ ਕਨਵਰਟ ਕਰਨ ਦੀ ਲੋੜ ਨਹੀਂ ਆ। ਸੋ ਰਹਿ ਗਈ ਕਿਆ, L ਕੀ ਆ 6000 mm। ਸੋ ਸਭ ਕੁਛ ਤੁਹਾਨੂੰ ਮਿਲ ਗਿਆ ਆ। ਹੁਣ ਸਾਡੇ ਕੋਲ ਥੀਟੇ ਦੀ ਵੈਲਿਊ ਅਨਨੋਨ ਆ, ਸੋ ਉਹ ਥੀਟੇ ਦੀ ਵੈਲਿਊ ਆਪਾਂ ਫਾਈਂਡ ਆਊਟ ਕਰ ਲਾਂਗੇ। ਸੋ ਆਪਾਂ ਉਹੀ ਰਿਲੇਸ਼ਨ ਲਗਾਤਾ, ਸਿਮਿਲਰ ਦੇਖੋ ਰਿਲੇਸ਼ਨ ਲਗਾਇਆ, ਵੈਲਿਊ ਪੁੱਟ ਕਰ ਦਿੱਤੀਆਂ, ਥੀਟਾ ਆਪਾਂ ਫਾਈਂਡ ਆਊਟ ਕਰ ਲਿਆ। ਹੁਣ ਜਿਹੜਾ ਥੀਟਾ ਨਿਕਲੂਗਾ ਕਿਹਦੇ ਵਿੱਚ ਨਿਕਲਣਾ, ਉਹ ਰੇਡੀਅਨ ਦੇ ਵਿੱਚ ਹੀ ਨਿਕਲੂਗਾ, ਕਿਉਂਕਿ ਟੋਜਨ ਇਕੁਏਸ਼ਨ ਦੇ ਵਿੱਚ ਉਹਨੇ ਪਹਿਲਾਂ ਹੀ ਡਿਫਾਈਨ ਕਰਤਾ ਸੀਗਾ ਜੋ ਥੀਟਾ ਐਂਗਲ ਆਫ ਟਵਿਸਟ ਆ ਉਹ ਕਿਹਦੇ ਵਿੱਚ ਲੈਣਾ, ਆਪਾਂ ਰੇਡੀਅਨ 'ਚ ਲੈਣਾ। ਬਾਕੀ ਸਾਰੀ ਟਰਮਸ ਆਪਾਂ ਅਕੋਰਡਿੰਗ ਟੂ ਜੋ ਟੋਜਨ ਇਕੁਏਸ਼ਨ ਨੇ ਕਿਹਾ ਸੀਗਾ ਉਸ ਅਕੋਰਡਿੰਗ ਹੀ ਲਈਆਂ ਹੈ, ਯੂਨਿਟ ਉਹਦੇ ਉਸ ਅਕੋਰਡਿੰਗ ਹੀ ਲਏ ਆ। ਸੋ ਉਹਦਾ ਜਿਹੜਾ ਥੀਟੇ ਦੀ ਵੈਲਿਊ ਨਿਕਲੂਗੀ, ਆਨਸਰ ਨਿਕਲੂਗਾ, ਉਹ ਡਿਗਰੀ ਵਿੱਚ ਨਹੀਂ ਨਿਕਲੂਗਾ, ਉਹ ਆਨਸਰ ਕਿਹਦੇ ਵਿੱਚ ਨਿਕਲੂਗਾ, ਰੇਡੀਅਨ ਦੇ ਵਿੱਚ ਨਿਕਲੂਗਾ, ਠੀਕ ਆ। ਜੇ ਤੁਸੀਂ ਇਹਨੂੰ ਕਨਵਰਟ ਕਰਨਾ ਚਾਹੁੰਦੇ ਆ ਡਿਗਰੀ ਦੇ ਵਿੱਚ, ਤੁਹਾਨੂੰ ਕੀ ਕਰਨਾ ਪਊਗਾ, ਤੁਸੀਂ ਕੀ ਕਰਨਾ ਆ, ਸਿੰਪਲੀ ਜਦੋਂ ਆਪਾਂ 1 ਡਿਗਰੀ ਨੂੰ ਆਪਾਂ ਕਨਵਰਟ ਕਰਦੇ ਹਾਂ ਰੇਡੀਅਨ ਦੇ ਵਿੱਚ, ਦੈਨ ਆਪਾਂ ਕੀ ਕਰਦੇ ਹਾਂ, π/180 ਨਾਲ
ਮਲਟੀਪਲਾਈ ਕਰਦੇ ਆ। ਠੀਕ ਹੈ ਜੀ, ਯਾਦ ਰੱਖਣਾ ਪਾਈ ਬਾਈ 180 ਨਾਲ ਮਲਟੀਪਲਾਈ ਕਰਦੇ ਆ। ਹੁਣ ਇਹਦੇ ਵਿੱਚ ਕੀ ਆ, ਆਪਾਂ ਰੇਡੀਅਨ ਨੂੰ ਕਨਵਰਟ ਕਰਦੇ ਪਏ ਡਿਗਰੀ ਦੇ ਵਿੱਚ। ਰੇਡੀਅਨ ਨੂੰ ਡਿਗਰੀ 'ਚ ਕਿੱਦਾਂ ਕਨਵਰਟ ਕਰਾਂਗੇ, ਆਪਾਂ ਕੀ ਕਰਨਾ, ਮੈਂ 180 ਨੂੰ ਉੱਧਰ ਲੈ ਗਿਆ, ਪਾਈ ਨੂੰ ਨੀਚੇ ਲੈ ਗਿਆ। ਠੀਕ ਆ ਜੀ, 180 ਉੱਪਰ ਲੈ ਜਾਓ, ਪਾਈ ਨੀਚੇ ਲੈ ਜਾਓ। ਉਹਦੇ ਨਾਲ ਕੀ ਹੋਊਗਾ, ਰੇਡੀਅਨ ਕਨਵਰਟ ਹੋ ਜਾਊਗਾ ਕਿਹਦੇ ਵਿੱਚ, ਡਿਗਰੀ ਦੇ ਵਿੱਚ। ਸੋ ਇਹਦੇ ਵਿੱਚ ਇਹਨਾਂ ਨੇ ਇਹੀ ਕੀਤਾ ਹੋਇਆ, 180 ਉੱਪਰ ਲੈ ਗਏ, ਪਾਈ ਨੀਚੇ ਲੈ ਗਏ। ਠੀਕ ਆ ਜੀ, ਸੋ ਇਹ ਕੀ ਬਣ ਗਿਆ ਤੁਹਾਡਾ, ਇਹਨੂੰ ਕਨਵਰਟ ਕਰੋਗੇ, ਮਲਟੀਪਲਾਈ ਕਰੋਗੇ, ਪਾਈ 3.14 ਲੈ ਕੇ ਉਹਨੂੰ ਮਲਟੀਪਲਾਈ ਕਰਕੇ ਦੇਖਿਓ, ਡਿਵਾਈਡ ਕਰਕੇ ਦੇਖਿਓ, ਸੋ ਕੀ ਬਣ ਜਾਣਾ 9.36 ਡਿਗਰੀ। ਠੀਕ ਆ ਜੀ, ਜੇ ਤੁਸੀਂ ਰੇਡੀਅਨ ਦੇ ਵਿੱਚ ਵੀ ਆਨਸਰ ਕੱਢ ਦਿੰਦੇ ਆ ਉੱਥੇ, ਦੈਨ ਤੁਹਾਡਾ ਗਲਤ ਨਹੀਂ ਹੋਊਗਾ। ਠੀਕ ਆ, ਇਹ ਤੁਹਾਡੀ ਚੋਇਸ ਆ, ਤੁਸੀਂ ਡਿਗਰੀ 'ਚ ਆਨਸਰ ਕੱਢਣਾ ਚਾਹੁੰਦੇ ਕਿ ਨਹੀਂ ਕਰਨਾ ਚਾਹੁੰਦੇ। ਠੀਕ ਆ, ਰੇਡੀਅਨ ਤੱਕ ਵੀ ਕਰੋਗੇ ਤਾਂ ਵੀ ਤੁਹਾਡਾ ਆਨਸਰ ਸਹੀ ਮੰਨਿਆ ਜਾਊਗਾ। ਠੀਕ ਹੈ ਜੀ, ਬਟ ਕਈ ਵਾਰੀ ਐਗਜ਼ਾਮੀਨਰ ਐਗਜ਼ੈਕਟ ਆਨਸਰ ਚਾਹੁੰਦਾ ਹੁੰਦਾ ਹੈ, ਸੋ ਇਸ ਕਰਕੇ ਤੁਸੀਂ ਇੱਕ ਸਟੈਪ ਵਾਧੂ ਵੀ ਕਰ ਦੋਗੇ। ਠੀਕ ਹੈ ਜੀ, ਜੇ ਤੁਹਾਨੂੰ ਆਉਂਦਾ ਹੈ, ਜੇ ਤੁਸੀਂ ਕੌਨਫੀਡੈਂਟ ਹੋ ਕਿ ਤੁਸੀਂ ਇਹ ਕਰ ਸਕਦੇ ਹੋ, ਤੁਸੀਂ ਇਹ ਕਰੋਗੇ ਤਾਂ ਐਗਜ਼ੈਕਟ ਆਨਸਰ ਜੋ ਐਗਜ਼ਾਮੀਨਰ ਕੋ ਹੋਊਗਾ ਉਹ ਤੁਹਾਨੂੰ ਉਸ ਨੂੰ ਉਹ ਨਾਲ ਰਿਲੇਟ ਕਰ ਲਏਗਾ। ਠੀਕ ਹੈ ਜੀ, ਸੋ ਰੇਡੀਅਨ ਤੱਕ ਵੀ ਠੀਕ ਆ, ਬਟ ਤੁਸੀਂ ਜੇ ਇਸ ਇੱਕ ਸਟੈਪ ਹੋਰ ਜੇ ਤੁਹਾਨੂੰ ਆਉਂਦਾ ਹੈ, ਤੁਸੀਂ ਕਨਵਰਟ ਕਰ ਸਕਦੇ ਆ ਤਾਂ ਜ਼ਰੂਰ ਕਰੋ ਇਹਨੂੰ ਕਨਵਰਟ। ਠੀਕ ਹੈ ਜੀ, ਸੋ ਇਹ ਸੀਗਾ ਨਿਊਮੈਰੀਕਲ, ਬਹੁਤ ਇੰਪੋਰਟੈਂਟ ਨਿਊਮੈਰੀਕਲ ਆ, ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆ। ਠੀਕ ਹੈ ਜੀ, ਪਾਵਰ ਦੇ ਬੇਸ 'ਤੇ ਨਿਊਮੈਰੀਕਲ ਟੋਜਨ ਦੇ ਵਿੱਚੋਂ, ਟੋਕ ਦੇ ਵਿੱਚੋਂ ਜ਼ਰੂਰ ਆਉਂਦਾ ਹੁੰਦਾ ਹੈ, ਟੋਜਨ ਇਕੁਏਸ਼ਨ ਦੇ ਵਿੱਚੋਂ। ਠੀਕ ਹੈ ਜੀ, ਸੋ ਇਸ ਨੂੰ ਚੰਗੀ ਤਰ੍ਹਾਂ ਕਰ ਲਿਓ। ਸੋ ਨੈਕਸਟ ਨਿਊਮੈਰੀਕਲ ਦੇਖਦੇ ਹਾਂ ਆਪਾਂ। ਹੁਣ ਇਸ ਨਿਊਮੈਰੀਕਲ ਦੇ ਵਿੱਚ ਕੀ ਫਾਈਂਡ ਆਊਟ ਕਰਨਾ ਆ, ਫਾਈਂਡ ਦਾ ਮੈਕਸਿਮਮ ਸ਼ੀਅਰ ਸਟ੍ਰੈਸ induced in a solid circular shaft of diameter 200 mm when the shaft is to transmit ਇੰਨੀ ਕਿਲੋਵਾਟ ਪਾਵਰ। ਦੇ ਦੇਖੋ ਸਿੰਪਲ ਜਿਹਾ ਨਿਊਮੈਰੀਕਲ ਹੈ, ਇਹ 'ਚ ਟੋ ਕੱਢਣ ਨੂੰ ਕਹਿੰਦਾ ਪਿਆ, ਟੋ ਫਾਈਂਡ ਆਊਟ ਕਰਨ ਨੂੰ ਕਹਿ ਰਿਹਾ ਸ਼ੀਅਰ ਸਟ੍ਰੈਸ। ਸ਼ੀਅਰ ਸਟ੍ਰੈਸ ਕੀ ਆ, ਟੋ। ਠੀਕ ਹੈ ਜੀ, ਸੋ ਨਾਲ ਕੀ ਗਿਵਨ ਆ, ਤੁਹਾਨੂੰ ਪਾਵਰ ਦੇ ਰਿਹਾ ਹੈ 187.5 ਕਿਲੋਵਾਟ ਪਾਵਰ ਦੇ ਰਿਹਾ, RPM ਦੇ ਰਿਹਾ ਆ, ਐਨ ਕੈਪੀਟਲ N ਦੇ ਰਿਹਾ ਵੈਲਿਊ, ਡਾਇਮੀਟਰ ਦੇ ਰਿਹਾ, ਸੋ ਇਹ ਵੈਲਿਊ ਤੁਹਾਨੂੰ ਗਿਵਨ ਆ। ਠੀਕ ਹੈ ਜੀ, ਸੋ ਇੱਕ ਗੱਲ ਹੋਰ ਹਮੇਸ਼ਾ ਯਾਦ ਰੱਖਣੀ, ਜਦੋਂ ਵੀ ਕਿਲੋਵਾਟ ਆਉਂਦਾ ਹੈ ਤਾਂ ਹਮੇਸ਼ਾ ਉਹਨੂੰ ਉਸੇ ਟਾਈਮ ਹੀ ਉਹਨੂੰ ਕਨਵਰਟ ਕਰ ਲਓ। ਬੱਚੇ ਕੀ ਕਰਦੇ ਆ, ਕਿਲੋਵਾਟ ਕਿਲੋ ਨੂੰ ਭੁੱਲ ਜਾਂਦੇ, ਸਿੱਧੇ ਆਨਸਰ ਜੋ ਫਾਰਮੂਲਾ ਉਹਦੇ ਵਿੱਚ ਸਿੱਧੇ ਵੈਲਿਊ ਪੁੱਟ ਕਰ ਦਿੰਦੇ 187.5, ਉਹ ਵੀ ਫਿਰ ਆਨਸਰ ਤੁਹਾਡਾ ਗਲਤ ਆਉਂਦਾ ਆ। ਸੋ ਜਦੋਂ ਗਿਵਨ ਡਾਟਾ ਆਪਾਂ ਲਿਖਦੇ ਆ, ਨਾਲ ਦੀ ਨਾਲ ਹੀ ਜੇ ਕਿਲੋ ਆ, ਮੈਗਾ ਆ, ਗੀਗਾਬਾਈਟ ਆ, ਕੁਛ ਵੀ ਆ, ਉਹਨੂੰ ਨਾਲ ਦੀ ਨਾਲ ਹੀ ਉੱਥੇ ਗਿਵਨ ਡਾਟਾ ਦੇ ਵਿੱਚ ਹੀ ਕਨਵਰਟ ਕਰ ਲਓ, ਤਾਂ ਜੋ ਤੁਹਾਨੂੰ ਜਦੋਂ ਤੁਸੀਂ ਨਿਊਮੈਰੀਕਲ ਦੇ ਵਿੱਚ ਜੋ ਫਾਰਮੂਲਾ ਹੈ ਉਹਦੇ ਵਿੱਚ ਜਦੋਂ ਤੁਸੀਂ ਵੈਲਿਊ ਪੁੱਟ ਕਰੋਗੇ, ਤੁਹਾਨੂੰ ਦਿੱਕਤ ਨਹੀਂ ਆਊਗੀ ਕੋਈ ਵੀ। ਠੀਕ ਹੈ ਜੀ, ਤੁਹਾਨੂੰ ਪਤਾ ਹੋਊਗਾ ਗਿਵਨ ਡਾਟਾ ਵਿੱਚ ਤੁਹਾਡੇ ਕੋਲ ਕਿਹੜੀ ਵੈਲਿਊ ਹੈਗੀਆਂ। ਠੀਕ ਹੈ ਜੀ, ਸੋ ਉੱਥੇ ਹੀ ਉਹਨੂੰ ਕਨਵਰਟ ਕਰ ਲਓ। ਸੋ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਿਹਾ ਸੀ, ਜਦੋਂ ਪਾਵਰ ਆ ਗਿਆ ਤਾਂ ਪਾਵਰ ਹਮੇਸ਼ਾ ਨਿਊਮੈਰੀਕਲ ਪਾਵਰ ਤੋਂ ਹੀ ਸਟਾਰਟ ਕਰਨਾ ਹੈ। ਠੀਕ ਹੈ ਜੀ, ਪਾਵਰ ਹੀ ਆਪਾਂ ਲੈਣਾ ਆ। ਕਰਨਾ ਕੀ, ਫਾਈਂਡ ਆਊਟ ਟੋ ਫਾਈਂਡ ਆਊਟ ਕਰਨਾ ਆ। ਹੁਣ ਯਾਦ ਰੱਖਣਾ, ਟੋਜਨ ਇਕੁਏਸ਼ਨ ਦੇ ਵਿੱਚ ਹੀ ਟੋ ਆਉਂਦਾ ਆ। ਠੀਕ ਹੈ ਜੀ, ਟੋ ਅਪੋਨ R ਵਿਚ ਇਜ਼ ਇਕੁਅਲਸ ਟੂ, ਅੱਗੇ ਕੀ ਆ, ਹੁਣ ਦੇਖੋ C ਥੀਟਾ ਅਪੋਨ L। ਹੁਣ ਜੇ ਕਹੋਗੇ ਕਿ C ਥੀਟਾ ਅਪੋਨ L ਅਤੇ T ਅਪੋਨ I ਅਤੇ C ਥੀਟਾ ਅਪੋਨ I, ਦੋਨਾਂ ਵਿੱਚ ਕਿਹੜੀ ਵੈਲਿਊ, ਟੋ ਤਾਂ ਸਾਨੂੰ ਚਾਹੀਦਾ ਹੀ ਆ, ਕਿਉਂਕਿ ਇਹ ਤਾਂ ਫਾਈਂਡ ਆਊਟ ਕਰਨਾ ਆ। ਜੋ T ਅਪੋਨ I ਆ ਅਤੇ C ਥੀਟਾ ਅਪੋਨ L ਆ, ਦੋਨਾਂ ਵਿੱਚ ਕਿਹੜੀ ਵੈਲਿਊ ਸਾਨੂੰ ਚਾਹੀਦੀ ਆ, ਕਿਹੜਾ ਸਾਨੂੰ ਟਰਮ ਚਾਹੀਦੀ ਆ। ਹੁਣ ਦੇਖੋ ਤੇ C ਦੀ ਵੈਲਿਊ ਗਿਵਨ ਹੈ ਹੀ ਨਹੀਂ ਆ, ਸੋ ਇਹਦਾ ਮਤਲਬ ਇਹ ਸਾਨੂੰ ਨਹੀਂ ਚਾਹੀਦੀ। ਠੀਕ ਹੈ ਜੀ, ਨਾ L ਦੀ ਵੈਲਿਊ ਗਿਵਨ ਆ, ਨਾ ਸਾਨੂੰ ਥੀਟਾ ਹੈਗਾ ਸਾਡੇ ਕੋਲ, ਸੋ ਇਹਦਾ ਮਤਲਬ ਕੀ ਆ, ਸੋ ਆਹ ਦੋ ਚੀਜ਼ਾਂ ਹੀ ਲੱਗੂਗੀਆਂ, T ਅਪੋਨ I, ਟੋ ਅਪੋਨ R। ਠੀਕ ਹੈ ਜੀ, ਇਹੀ ਆਪਾਂ ਫਾਈਂਡ ਆਊਟ ਕਰਾਂਗੇ, ਇਹਦੇ ਥਰੂ ਟੋ ਦੀ ਵੈਲਿਊ ਫਾਈਂਡ ਆਊਟ ਕਰਾਂਗੇ। ਸੋ ਹੁਣ T ਮੈਕਸਿਮਮ ਤੱਕ ਜਾਣਾ ਆਪਾਂ। ਠੀਕ ਹੈ, T ਕਿਹੜਾ ਇਹਦੇ ਵਿੱਚ, T ਮੈਕਸਿਮਮ ਆ। ਹੁਣ ਜਿਹੜਾ ਇੱਥੇ ਪਾਵਰ ਤੋਂ ਮਿਲਣਾ ਉਹ T ਐਵਰੇਜ ਆ। ਠੀਕ ਹੈ, ਦੇਖੋ ਕਿੱਦਾਂ ਆਪਾਂ ਫਾਈਂਡ ਆਊਟ ਕਰਦੇ ਹਾਂ, ਦੇਖੋ। ਠੀਕ ਹੈ ਜੀ, ਉਹੀ ਸਿੱਧਾ ਫਾਰਮੂਲਾ ਲਗਾ ਦਿੱਤਾ, T ਐਵਰੇਜ ਆ ਗਿਆ ਹੈ ਸਾਡੇ ਕੋਲ। ਠੀਕ ਆ, ਅੱਗੇ ਦੇਖਦੇ ਹਾਂ। T ਐਵਰੇਜ ਦੀ ਵੈਲਿਊ ਆਪਾਂ ਫਾਈਂਡ ਆਊਟ ਕਰ ਲਈ, ਉਹੀ ਫੇਰ ਆਇਆ ਕਿਹਦੇ ਵਿੱਚ ਆਇਆ, ਸਭ ਤੋਂ ਪਹਿਲਾਂ ਨਿਊਟਨ ਮੀਟਰ ਦੇ ਵਿੱਚ ਆਇਆ। ਠੀਕ ਹੈ ਜੀ, ਉਹਨੂੰ ਕਨਵਰਟ ਕਰ ਲਿਆ ਨਿਊਟਨ MM ਦੇ ਵਿੱਚ। ਓਕੇ ਜੀ, ਇਹ ਸਭ ਕੁਝ ਲਿਖ ਲਿਆ। ਹੁਣ ਤੁਹਾਨੂੰ ਮੈਂ ਇੱਕ ਯਾਦ ਹੋਣਾ, ਜਦੋਂ ਆਪਾਂ ਸਟਰੈਂਥ ਆਫ ਸ਼ਾਫਟ ਕੀਤਾ ਸੀਗਾ, ਉਦੋਂ ਮੈਂ ਤੁਹਾਨੂੰ ਕਿਹਾ ਸੀਗਾ ਜਦੋਂ ਵੀ ਆਹ ਦੋ ਰਿਲੇਸ਼ਨ ਆਉਣ, T ਅਪੋਨ I, ਟੋ ਅਪੋਨ R, ਠੀਕ ਆ, ਇਹਦੇ ਵਿੱਚ ਇਕੱਲਾ ਫਾਈਂਡ ਆਊਟ ਕਰਨ ਦੀ ਲੋੜ ਨਹੀਂ ਆ। ਇਹਨੂੰ ਸਿੱਧਾ ਹੀ ਉਹਨੇ ਇਸ ਟਰਮਸ ਦੋਨਾਂ ਨੂੰ ਯੂਜ਼ ਕਰਕੇ ਰਿਡਿਊਸ ਕਰ ਦਿੱਤਾ ਸੀਗਾ ਕਿਹਦੇ ਵਿੱਚ, ਕੈਪੀਟਲ T ਵਿਚ ਇਜ਼ ਇਕੁਅਲਸ ਟੂ π/16 ਇੰਟੂ ਟੋ ਇੰਟੂ D ਕਿਊਬ। ਠੀਕ ਆ ਜੀ, ਇਹਦੇ ਵਿੱਚ ਆਪਾਂ ਇਹਨੂੰ ਰਿਡਿਊਸ ਕਰ ਦਿੱਤਾ ਸੀਗਾ ਰਿਲੇਸ਼ਨ। ਠੀਕ ਆ, ਸੋ ਇਹੀ ਰਿਲੇਸ਼ਨ ਆਪਾਂ ਇਹਦੇ ਵਿੱਚ ਰਿਡਿਊਸ ਕਰ ਦੇਣਾ ਹੈ ਸਿੰਪਲੀ। ਠੀਕ ਆ,
ਸਿੱਧਾ ਸਾਨੂੰ ਕੱਲੀ ਜੇ ਹੁਣ ਤੁਸੀਂ ਪੁੱਟ ਵੀ ਕਰਦੇ ਆ ਤਾਂ ਵੀ ਤੁਹਾਡੀ ਆਈ ਦੀ ਵੈਲਿਊ ਕੀ ਆ, ਆਈ ਪੀ ਦੀ ਵੈਲਿਊ ਕੀ ਆ ਜਾਣੀ ਆ, ਤੁਹਾਨੂੰ ਪਤਾ ਹੀ ਆ ਪਾਈ ਡੀ 4 ਪਾਈ ਡੀ ਰੇਸ ਟੂ ਪਾਵਰ 4 ਡਿਵਾਈਡਡ ਬਾਈ 32। ਉਹ ਆਰ ਦੀ ਵੈਲਿਊ ਆ ਜਾਣੀ ਆ ਤੁਹਾਡੇ ਕੋਲ dy/2, ਉਹ ਆਟੋਮੈਟਿਕਲੀ ਤੁਹਾਡਾ ਆਹੀ ਫਾਰਮੂਲਾ ਬਣ ਜਾਣਾ ਹੈ। ਠੀਕ ਹੈ ਜੀ। ਸੋ ਇਸ ਕਰਕੇ ਕੀ ਆ, ਪਹਿਲਾਂ ਇੰਟਰੋਡਿਊਸ ਕਰ ਲਓ ਟੀ ਕੈਪੀਟਲ ਟੀ ਇਜ਼ ਇਕੁਅਲ ਟੂ π/16 ਇੰਟੂ ਟੋ ਇੰਟੂ ਡੀ ਕਿਊਬ। ਠੀਕ ਹੈ ਜੀ। ਹੁਣ ਬੇਟਾ ਇਸ ਨਿਊਮੈਰੀਕਲ ਦੇ ਵਿੱਚ ਹੁਣ ਤੁਹਾਨੂੰ ਟੀ ਐਵਰੇਜ ਉੱਪਰ ਗਿਵਨ ਆ, ਸੌਰੀ ਤੁਸੀਂ ਕੈਲਕੂਲੇਟ ਕਰ ਲਿਆ ਥਰੂ ਪਾਵਰ। ਹੁਣ ਇਸ ਰਿਲੇਸ਼ਨ ਦੇ ਵਿੱਚ ਜਿਹੜਾ ਟੀ ਆ ਉਹ ਕੀ ਆ, ਟੀ ਮੈਕਸਿਮਮ ਹੁੰਦਾ ਆ। ਠੀਕ ਆ। ਹੁਣ ਕੀ ਆ, ਇਹਨੇ ਇਸ ਨਿਊਮੈਰੀਕਲ ਦੇ ਵਿੱਚ ਕੀ ਕੀਤਾ ਗਿਆ ਆ ਕਿ ਆਹ ਜਿਹੜੀ ਵੈਲਿਊ ਆ ਸਿੱਧਾ ਹੀ ਇਹਦੇ ਵਿੱਚ ਪੁੱਟ ਕਰ ਦਿੱਤੀ ਗਈ ਆ, ਜਦ ਕਿ ਅਕੋਰਡਿੰਗ ਟੂ ਜੋ ਰੂਲ ਆ ਉਹ ਕੀ ਕਹਿੰਦਾ ਪਿਆ ਹੈ ਕਿ ਟੀ ਐਵਰੇਜ ਆ ਉਹ ਅਲੱਗ ਆ, ਟੀ ਮੈਕਸਿਮਮ ਅਲੱਗ ਵੈਲਿਊ ਆ। ਠੀਕ ਹੈ ਜੀ। ਸੋ ਇਹਦੇ ਵਿੱਚ ਕੀ ਕੀਤਾ ਇਹਨਾਂ ਨੇ, ਟੀ ਐਵਰੇਜ ਨੂੰ ਹੀ ਟੀ ਦੇ ਵਿੱਚ ਪੁੱਟ ਕਰਤਾ। ਕਿਉਂ ਇੱਦਾਂ ਕੀਤਾ ਗਿਆ, ਕਿਉਂਕਿ ਸਾਡੇ ਕੋਲ ਕੋਈ ਇਹਦੇ ਵਿੱਚ ਰਿਲੇਸ਼ਨ ਗਿਵਨ ਨਹੀਂ ਹੈਗਾ। ਜੋ ਟੀ ਐਵਰੇਜ ਅਤੇ ਟੀ ਮੈਕਸਿਮਮ ਦੇ ਵਿੱਚ ਇੱਕ ਰਿਲੇਸ਼ਨ ਹੁੰਦਾ ਹੈ ਕਿ ਟੀ ਮੈਕਸਿਮਮ ਆ ਉਹ ਐਕਸੀਡ ਕਰਦੀ ਪਈ ਆ 30% 40%, ਜਿਹਦਾ ਪਿਛਲੇ ਨਿਊਮੈਰੀਕਲ ਦੇ ਵਿੱਚ ਸੀਗਾ। ਇਹਦੇ ਵਿੱਚ ਇੱਦਾਂ ਦਾ ਕੋਈ ਚੀਜ਼ ਨਹੀਂ ਲਿਖੀ ਗਈ ਨਿਊਮੈਰੀਕਲ ਦੇ ਵਿੱਚ। ਸੋ ਇਸ ਕਰਕੇ ਕੀ ਆ, ਇੱਥੇ ਆਪਾਂ ਲਿਖਣਾ ਆ, ਇੱਥੇ ਇਹਨਾਂ ਨੇ ਲਿਖਿਆ ਨਹੀਂ ਆ, ਇੱਥੇ ਆਪਾਂ ਲਿਖਣਾ ਆ ਕਿ ਅਜ਼ਿਊਮ ਕਰ ਲਓ। ਕੀ ਅਜ਼ਿਊਮ ਕਰਨਾ ਆ ਕਿ ਜਿਹੜੀ ਟੀ ਐਵਰੇਜ ਆ ਉਹ ਟੀ ਮੈਕਸਿਮਮ ਹੀ ਹੈ, ਇਹ ਅਜ਼ਿਊਮ ਕਰ ਲਓ। ਠੀਕ, ਕਿਉਂਕਿ ਸਾਡੇ ਕੋਲ ਰਿਲੇਸ਼ਨ ਹੈ ਹੀ ਨਹੀਂ ਆ। ਜੇ ਸਾਡੇ ਕੋਲ ਕੋਈ ਉਹਨਾਂ ਨੇ ਕੁਐਸਚਨ ਦੇ ਵਿੱਚ ਸਾਨੂੰ ਕੋਈ ਰਿਲੇਸ਼ਨ ਗਿਵਨ ਦਿੱਤਾ ਹੀ ਨਹੀਂ ਹੋਇਆ, ਦੈਨ ਆਪਾਂ ਕੀ ਕਰ ਸਕਦੇ ਹਾਂ ਇਹਦੇ ਵਿੱਚ ਫਿਰ। ਠੀਕ ਆ ਜੀ। ਜੇ ਤੁਹਾਨੂੰ ਲਿਖ ਦਿੰਦਾ ਕਿ ਟੀ ਮੈਕਸਿਮਮ ਜਿਹੜੀ ਵੈਲਿਊ ਆ ਉਹ ਐਕਸੀਡ ਕਰਦੀ ਪਈ 30% 35% ਜਾਂ 40% ਐਕਸੀਡ ਕਰਦੀ ਪਈ ਆ ਐਵਰੇਜ ਨਾਲੋਂ, ਫਿਰ ਆਪਾਂ ਉੱਥੇ ਰਿਲੇਸ਼ਨ ਬਣਾ ਸਕਦੇ ਸੀ। ਹੁਣ ਇੱਥੇ ਆਪਾਂ ਰਿਲੇਸ਼ਨ ਆਪਣੇ ਮਰਜ਼ੀ ਨਾਲ ਤਾਂ ਬਣਾ ਨਹੀਂ ਸਕਦੇ। ਠੀਕ ਆ ਜੀ। ਸੋ ਇਸ ਕਰਕੇ ਕੀ ਆ, ਅਤੇ ਇਸ ਕਰਕੇ ਕੀ ਆ, ਸਾਨੂੰ ਕੀ ਕਰਨਾ ਪੈ ਰਿਹਾ, ਜਾਂ ਤਾਂ ਤੁਸੀਂ ਜੋ ਸਾਨੂੰ ਐਵਰੇਜ ਵੈਲਿਊ ਗਿਵਨ ਆ, ਠੀਕ ਆ ਜੀ, ਉਹੀ ਆਪਾਂ ਉਹਦੇ ਵਿੱਚ ਮੈਕਸਿਮਮ ਦੇ ਅਜ਼ਿਊਮ ਕਰ ਲੈਂਦੇ, ਬਰਾਬਰ ਅਜ਼ਿਊਮ ਕਰ ਲੈਂਦੇ ਆ। ਠੀਕ ਆ ਜੀ। ਬਟ ਅਕੋਰਡਿੰਗ ਟੂ ਰਿਲੇਸ਼ਨ ਜੋ ਹੈਗਾ ਆ ਉਹ 30 or 40% ਜ਼ਿਆਦਾ ਹੀ ਮੰਨੀ ਜਾਂਦੀ ਹੈ। ਠੀਕ ਆ। ਜਾਂ ਤਾਂ ਨਿਊਮੈਰੀਕਲ ਤੁਹਾਡਾ ਜਿਹੜਾ ਇਹ ਜੋ ਕੁਐਸਚਨ ਆ ਇਹਦੇ ਵਿੱਚ ਕੀ ਆ, ਕੁਛ ਟਰਮ ਮਿਸਿੰਗ ਆ। ਠੀਕ ਆ ਜੀ। ਨਹੀਂ ਤਾਂ ਟਰਮ ਆਉਣੀ ਚਾਹੀਦੀ ਸੀਗੀ ਕਿ ਮੈਕਸਿਮਮ ਆ ਉਹ ਕਿੰਨੀ ਐਵਰੇਜ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ। ਠੀਕ ਆ। ਜੇ ਹੁਣ ਨਹੀਂ ਦਿੱਤੀ ਗਈ ਦੈਨ ਉਹਨਾਂ ਨੇ ਫਿਰ ਇੱਥੇ ਕੀ ਆ, ਆਪਾਂ ਅਜ਼ਿਊਮ ਕਰ ਸਕਦੇ ਹਾਂ। ਬਟ ਹਮੇਸ਼ਾ ਯਾਦ ਰੱਖਣਾ ਟੀ ਐਵਰੇਜ ਜਿਹੜੀ ਆ ਉਹ ਹਮੇਸ਼ਾ ਘੱਟ ਹੁੰਦੀ ਆ ਟੀ ਮੈਕਸਿਮਮ ਨਾਲੋਂ। ਹੁਣ ਇੱਥੇ ਇਹਨਾਂ ਨੇ ਕੀ ਆ, ਇੱਥੇ ਸਿੰਪਲੀ ਉਹ 'ਚ ਟੀ ਮੈਕਸਿਮਮ ਦੀ ਵੈਲਿਊ 'ਚ ਪੁੱਟ ਕਰ ਦਿੱਤੀ ਆ। ਠੀਕ ਆ ਜੀ। ਕਿਉਂਕਿ ਉਹ ਅਕੋਰਡਿੰਗ ਟੂ ਕੁਐਸਚਨ ਉਹਨਾਂ ਨੇ ਕੁਛ ਇੱਦਾਂ ਦੀ ਚੀਜ਼ ਨਹੀਂ ਦਿੱਤੀ ਗਈ। ਸੋ ਇਸ ਕਰਕੇ ਕੀ ਆ, ਤੁਸੀਂ ਕਨਫਿਊਜ਼ ਨਹੀਂ ਹੋਣਾ। ਠੀਕ ਆ। ਇੱਥੇ ਉੱਪਰ ਲਿਖ ਦਿਓ ਅਜ਼ਿਊਮ ਕਰ ਲਓ। ਠੀਕ ਹੈ। ਅਜ਼ਿਊਮ ਕਰ ਲਓ ਕਿ ਇਹ ਦੋਨੋਂ ਕੀ ਆ, ਬਰਾਬਰ ਆ। ਠੀਕ ਹੈ। ਅਜ਼ਿਊਮ ਕਰ ਸਕਦੇ ਹਾਂ। ਸੋ ਇੱਥੇ ਆਪਾਂ ਨਿਊਮੈਰੀਕਲ ਫਾਈਂਡ ਆਊਟ ਕਰਨਾ ਸੀਗਾ। ਸੋ ਨਿਊਮੈਰੀਕਲ ਦੇ ਵਿੱਚ ਆਪਾਂ ਅਜ਼ਿਊਮ ਕਰ ਸਕਦੇ ਸੀ ਕਿੰਨਾ ਹੈਗਾ। ਸੋ ਆਪਾਂ ਅਜ਼ਿਊਮ ਕਰਕੇ ਇਹਦੇ ਵਿੱਚ ਵੈਲਿਊ ਪੁੱਟ ਕਰ ਦਿੱਤੀ ਆ। ਬਟ ਇਹ ਨਹੀਂ ਮੰਨ ਕੇ ਚੱਲਣਾ ਕਿ ਟੀ ਐਵਰੇਜ ਅਲੱਗ ਆ, ਟੀ ਐਵਰੇਜ ਅਤੇ ਟੀ ਮੈਕਸਿਮਮ ਦੋਨੋਂ ਸੇਮ ਥਿੰਗ ਆ, ਇਹ ਮੰਨ ਕੇ ਨਾ ਚੱਲਿਓ। ਠੀਕ ਹੈ ਜੀ। ਦੋਨਾਂ ਦੇ ਵਿੱਚ ਫ਼ਰਕ ਹੈਗਾ ਇਹਦੇ ਵਿੱਚ। ਠੀਕ ਹੈ। ਸੋ ਇਹ ਆਪਾਂ ਇੱਥੇ ਇਹ ਅਜ਼ਿਊਮ ਕਰਕੇ ਚੱਲਦੇ ਹਾਂ। ਠੀਕ ਆ। ਸੋ ਇਹਦੀ ਵੈਲਿਊ 'ਚ ਪੁੱਟ ਕਰ ਦੇਣੀ। ਬਾਕੀ ਤੁਹਾਨੂੰ ਪਤਾ ਹੀ ਆ ਡੀ ਹੈਗਾ ਤੁਹਾਡੇ ਕੋਲ, ਟੋ ਰਹਿ ਗਿਆ, ਟੋ ਦੀ ਵੈਲਿਊ ਇਹਦੇ ਵਿੱਚ ਫਾਈਂਡ ਆਊਟ ਕਰ ਲਓ। ਸੋ ਜਿੰਨਾ ਆਇਆ ਉਹ ਨਿਊਟਨ ਪਰ ਐਨਐਮ ਸਕੁਆਇਰ ਦੇ ਵਿੱਚ ਆਨਸਰ ਆ ਜਾਏਗਾ ਤੁਹਾਡੇ ਕੋਲ। ਠੀਕ ਹੈ ਜੀ। ਸੋ ਇਹ ਦੋ ਨਿਊਮੈਰੀਕਲ ਆ, ਇਹ ਚੰਗੀ ਤਰ੍ਹਾਂ ਦੇਖ ਲਿਓ। ਅਤੇ ਬਾਕੀ ਆ ਜਿਹੜੇ ਅਗਲੇ ਨੈਕਸਟ ਦੋ ਨਿਊਮੈਰੀਕਲ ਆ ਇਹ ਪ੍ਰੈਕਟਿਸ ਦੇ ਲਈ ਆ ਤੁਹਾਡੇ ਕੋਲ। ਠੀਕ ਹੈ ਜੀ। ਇਹਨਾਂ ਨੂੰ ਤੁਸੀਂ ਸੋਲਵ ਕਰਨਾ ਆ। ਇੱਕ ਦੇ ਵਿੱਚ ਆਪਾਂ ਡਾਇਆਮੀਟਰ ਫਾਈਂਡ ਆਊਟ ਕਰਨਾ ਸ਼ਾਫਟ ਦਾ, ਅਤੇ ਦੂਜੇ ਦੇ ਵਿੱਚ ਆਪਾਂ ਫਾਈਂਡ ਆਊਟ ਕਰਨੀ ਪਾਵਰ। ਠੀਕ ਹੈ ਜੀ। ਸੋ ਇਹ ਦੋਨੋਂ ਨਿਊਮੈਰੀਕਲ ਤੁਹਾਡੀ ਪ੍ਰੈਕਟਿਸ ਲਈ ਆ, ਇਹ ਤੁਸੀਂ ਸੋਲਵ ਕਰ ਲਿਓ। ਠੀਕ ਹੈ ਜੀ। ਅਤੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਬਾਕੀ। ਓਕੇ ਜੀ। ਥੈਂਕ ਯੂ।